ਤਿੰਨ ਕਤਲਾਂ ਦੀ ਗੁੱਥੀ ਲੁਧਿਆਣਾ ਪੁਲਿਸ ਨੇ 12 ਘੰਟੇ ਸੁਲਝਾ ਲਈ, ਪਰ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਏ ਨੇ, ਇੱਕ ਮਿਹਣਾ ਮਤਲਬ ਇਸ ਤਰੀਕੇ ਨਾਲ ਆਦਮੀ ਨੂੰ ਉਕਸਾ ਸਕਦਾ ਹੈ ਕਿ ਉਹ ਤਿੰਨ ਕਤਲ ਕਰ ਦੇ। ਰੋਜ਼ ਇੱਕ ਤਾਨਾ ਮਾਰਿਆ ਜਾ ਰਿਹਾ ਸੀ, ਜਿਹਨੂੰ ਆਪਾਂ ਆਪਣੀ ਪੰਜਾਬੀ ਭਾਸ਼ਾ ਠੇਠ ਭਾਸ਼ਾ 'ਚ ਕਹਿ ਦਈਏ। ਕਤਲ ਕਰਕੇ ਉਹ ਚੁੱਪ ਕਰਕੇ ਆਪਦੇ ਘਰੇ ਆਉਂਦਾ ਤੇ ਆਰਾਮ ਨਾਲ ਸੋ ਜਾਂਦਾ। ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਵਾਕਈ ਗਵਾਂਢੀ ਵੀ ਕਾਤਲ ਨਿਕਲ ਸਕਦਾ। ਇੱਕ ਸ਼ਬਦ ਜਿਹੜਾ ਹੈ ਇਨਸਾਨ ਨੂੰ ਕਿੱਥੋਂ ਦਾ ਕਿੱਥੇ ਪਹੁੰਚਾ ਦਿੰਦਾ ਹੈ, ਔਰ ਉਹ ਸਾਰਾ ਬੰਦ ਹੋ ਗਿਆ। ਘਰ ਪਿੱਛੇ ਜੋ ਲੋਕ ਬਚੇ ਹੈ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ। ਜੋ ਥੋੜਾ ਬਹੁਤਾ ਵਿਚਾਰ ਪੈਸੇ ਜੋੜੇ ਹੋਣਗੇ, ਘਰ ਪਰ ਹੋਏਗਾ, ਉਹ ਇਹਦੇ ਕੇਸ ਤੇ ਲੱਗ ਜਾਏ। ਇਹੀ ਸ਼ਬਦ ਜਿਹੜੇ ਆ ਘੋੜੀ ਤੇ ਚੜਾਉਂਦੇ ਆ, ਤੇ ਇਹੀ ਸ਼ਬਦ ਜਿਹੜੇ ਆ ਉਹ ਸਾਨੂੰ ਛਿੱਤਰ ਪਵਾਉਂਦੇ ਆ। UCC ਦੀ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੇ ਤੋਂ ਨਕਾਰ ਦਿੱਤਾ, ਕਹਿੰਦੇ UCC ਲਾਗੂ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਹੈ ਵੀ UCC ਦਾ ਮਸੌਦਾ ਹਜੇ ਪੂਰੀ ਤਰ੍ਹਾਂ ਨਾਲ ਕਿਸੇ ਦੇ ਕੋਲੇ ਸਾਹਮਣੇ ਨਹੀਂ ਆਇਆ। ਉਹਦੇ ਵਿੱਚ ਸਿੱਧਾ ਉਹਨਾਂ ਨੇ ਗੱਲ ਕਹੀ ਹੈ ਵੀ ਕਿਸੇ ਦੀ ਵੀ ਰਿਲੀਜੀਅਸ ਦੇ ਨਾਲ, ਰਿਚੁਅਲ ਭਾਵਨਾਵਾਂ ਦੇ ਨਾਲ, ਕਿਸੇ ਦੇ ਰੀਤੀ ਰਿਵਾਜ ਦੇ ਉੱਪਰ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਐਕਸ਼ਨ ਨਹੀਂ ਹੈ। ਪਰਿਵਾਰ ਦੇ ਵਿੱਚ 4 ਜੀ ਹੈ ਤੇ ਉਹਨਾਂ ਨੂੰ ਉਹ ਸਾਧਨ ਨਹੀਂ ਮਿਲਦੇ, ਔਰ ਉਹ ਟੈਕਸ ਵੀ ਦੇ ਰਿਹਾ, ਲੇਕਿਨ ਇੱਕ ਪਾਸੇ ਕੋਈ ਬੰਦਾ ਕਿਸੇ ਤਰ੍ਹਾਂ ਦਾ ਗਵਰਨਮੈਂਟ ਦਾ ਸਹਿਯੋਗ ਨਹੀਂ ਕਰ ਰਿਹਾ, ਔਰ ਉਹ ਸਾਰੀਆਂ ਸੁਵਿਧਾਵਾਂ ਵੀ ਲੈ ਰਿਹਾ, ਔਰ ਗਵਰਨਮੈਂਟ ਨੂੰ ਗਾਲਾਂ ਵੀ ਕੱਢ ਰਿਹਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਲੁਧਿਆਣਾ ਦਾ ਜਿਹੜਾ ਕੱਲ ਕਤਲ ਹੋਇਆ ਸੀ। 3 ਕਤਲਾਂ ਦੀ ਗੁੱਥੀ ਲੁਧਿਆਣਾ ਪੁਲਿਸ ਨੇ 12 ਘੰਟੇ ਸੁਲਝਾ ਲਈ, ਪਰ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਏ ਨੇ ਉਹ ਵੀ ਬੜੇ ਹੈਰਾਨੀਜਨਕ ਹੈ। ਇਸੇ ਤੇ ਚਰਚਾ ਕਰਾਂਗੇ ਕਿ ਵਾਕਈ ਇੱਕ ਮਿਹਣਾ, ਸਿਰਫ ਇੱਕ ਮਿਹਣਾ ਇਸ ਤਰੀਕੇ ਨਾਲ ਆਦਮੀ ਨੂੰ ਉਕਸਾ ਦਿੰਦਾ ਹੈ ਕਿ ਉਹ ਤਿੰਨ ਕਤਲ ਕਰ ਦੇ। ਇਸੇ ਦੀ ਚਰਚਾ ਕਰਾਂਗੇ ਤੇ ਨਾਲ ਹੀ ਚਰਚਾ UCC ਦੀ ਹੋਏਗੀ, ਕਿਉਂਕਿ SGPC ਨੇ ਆਪਦਾ ਸਟੈਂਡ ਕਲੀਅਰ ਕਰ ਦਿੱਤਾ ਹੈ ਕਿ UCC ਲਾਗੂ ਨਹੀਂ ਹੋਣਾ ਚਾਹੀਦਾ। ਤੇ ਇਸ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਪ੍ਰਮੋਦ ਛਾਬੜਾ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਛਾਬੜਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਛਾਬੜਾ ਜੀ, ਸ਼ੁਰੂਆਤ ਲੁਧਿਆਣਾ ਕਤਲकांड ਤੋਂ ਕਰਦੇ ਹਾਂ, ਕਿਉਂਕਿ ਕੱਲ ਇਸ ਤਰੀਕੇ ਨਾਲ ਸਾਰਾ ਲੁਧਿਆਣਾ ਉਸ ਇੱਕਦਮ ਦਹਿਲ ਗਿਆ ਸੀ। ਅਚਾਨਕ ਜਦੋਂ ਇਹ ਪਤਾ ਲੱਗਦਾ ਹੈ ਕਿ ਸਲੀਮ ਟਾਬਰੀ ਇਲਾਕੇ ਦੇ ਵਿੱਚ 3 ਕਤਲ ਹੁੰਦੇ ਨੇ ਤੇ ਜਿਨ੍ਹਾਂ ਦੀ ਉਮਰ ਵੀ ਮਤਲਬ ਜਿਹਨੂੰ ਆਪਾਂ ਸੀਨੀਅਰ ਸਿਟੀਜ਼ਨ ਕਹਿ ਦਿੰਦੇ ਆ, 70 ਸਾਲ 75 ਸਾਲ ਤੇ ਉਹਨਾਂ ਦੀ ਮਾਤਾ ਲਗਭਗ 100 ਸਾਲ ਦੇ, ਕਿ ਕਿਸ ਤਰੀਕੇ ਨਾਲ ਹੋਇਆ। ਪਰ ਜਿਹੜਾ ਅੱਜ ਕਾਰਨ ਸਾਹਮਣੇ ਆਇਆ ਤਾਂ ਕਾਰਨ ਆਇਆ ਕਿ ਉਹ ਕਾਤਲ ਪੜੋਸੀ ਹੀ ਨਿਕਲਿਆ ਤੇ ਪੜੋਸੀ ਵਜ੍ਹਾ ਦੱਸੀ ਗਈ ਕਿ ਸਿਰਫ ਇਹ ਕਿਉਂਕਿ ਜਿਹੜੇ ਉੱਥੇ ਮਾਤਾ ਜੀ ਸੀਗੇ ਸੁਰਿੰਦਰ ਕੌਰ, ਉਸ ਨੂੰ ਕਿਉਂਕਿ ਉਹਦੇ ਘਰੇ ਔਲਾਦ ਨਹੀਂ ਸੀ, ਸਿਰਫ ਇਹੀ ਕਹਿੰਦੇ ਸੀ ਕਿ ਤੇਰੇ ਘਰੇ ਔਲਾਦ ਨਹੀਂ। ਤਾਂ ਕੀ ਵਾਕਈ ਇੱਕ ਮਿਹਣਾ ਮਤਲਬ ਇਸ ਤਰੀਕੇ ਨਾਲ ਆਦਮੀ ਨੂੰ ਉਕਸਾ ਸਕਦਾ ਹੈ ਕਿ ਉਹ ਤਿੰਨ ਕਤਲ ਕਰ ਦੇ? ਜੀ ਦੇਖੋ ਸੁਰਿੰਦਰ ਜੀ, ਇਹ ਜਿਹੜੀ ਸ਼ਬਦਾਵਲੀ ਹੈ ਨਾ ਸਾਡੀ, ਅਸੀਂ ਜੋ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ, ਇਸੇ ਕਰਕੇ ਮੈਂ ਅਕਸਰ ਕਈ ਵਾਰੀ ਤੁਹਾਡੀ ਡਿਬੇਟ ਦੇ ਵਿੱਚ ਵੀ ਗੱਲ ਕੀਤੀ ਹੈ, ਚਾਹੇ ਉਹ ਰਾਜਨੀਤਿਕ ਲੈਵਲ ਤੇ ਹੋਵੇ, ਚਾਹੇ ਸਮਾਜਿਕ ਲੈਵਲ ਤੇ ਹੋਵੇ, ਚਾਹੇ ਪਰਿਵਾਰ ਦੇ ਵਿੱਚ ਹੋਵੇ, ਜਾਂ ਕਿਸੇ ਵੀ ਆਸ ਪੜੋਸ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ, ਉਹਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਕਦੇ ਵੀ ਸਾਨੂੰ ਇਹੋ ਜਿਹੇ ਸ਼ਬਦ ਨਹੀਂ ਇਸਤੇਮਾਲ ਕਰਨੇ ਚਾਹੀਦੇ ਜਿਹਦੇ ਕਰਕੇ ਕਿਸੇ ਦੀ ਭਾਵਨਾ ਨੂੰ ਅਸੀਂ ਠੇਸ ਪਹੁੰਚਾਈਏ। ਤੁਸੀਂ ਦੇਖੋ, ਇਹ ਜਿਹੜਾ ਘਟਨਾ ਕੱਲ ਹੋਈ ਹੈ, ਇੱਕ ਰੋਜ਼ ਇੱਕ ਤਾਨਾ ਮਾਰਿਆ ਜਾ ਰਿਹਾ ਸੀ, ਜਿਹਨੂੰ ਆਪਾਂ ਆਪਣੀ ਪੰਜਾਬੀ ਭਾਸ਼ਾ ਠੇਠ ਭਾਸ਼ਾ 'ਚ ਕਹਿ ਦਈਏ, ਤੇ ਇੱਕ ਟੀਚਰ ਕੀਤੀ ਜਾ ਰਹੀ ਸੀ, ਇੱਕ ਟੋਂਟ ਕੀਤੀ ਜਾ ਰਹੀ ਸੀ, ਔਰ ਉਹਦਾ ਨਤੀਜਾ ਕੀ ਨਿਕਲਿਆ? 3 ਮਰਡਰ, 3 ਹੱਤਿਆਵਾਂ, ਔਰ ਬੜੇ ਤਕਲੀਫ ਦੇ ਮੌਤਾਂ ਜਿਹੜੀਆਂ ਉਹਨਾਂ ਦੀਆਂ ਹੋਈਆਂ। ਔਰ ਉਹ ਸਾਰੀ ਚੀਜ਼ ਇੱਕ ਵਾਰੀ ਉਹ ਮਹਾਭਾਰਤ ਦੀ ਘਟਨਾ ਆਉਂਦੀ ਹੈ ਨਾ, ਕਿ ਦ੍ਰੋਪਦੀ ਨੇ ਇੱਕ ਵਾਰੀ ਕਹਿ ਦਿੱਤਾ ਸੀ ਦੁਰਯੋਧਨ ਨੂੰ ਕਿ ਅੰਧੇ ਕਾ ਪੁੱਤਰ ਅੰਧਾ, ਔਰ ਉਹਦਾ ਨਤੀਜਾ ਕੀ ਨਿਕਲਿਆ ਸੀ? ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ। ਸੱਤਾ ਦਾ ਖੇਲ ਹੋਇਆ, ਉਸ ਖੇਲ ਨੂੰ ਅੱਗੇ ਵਧਾਉਣ ਵਾਸਤੇ ਕਿੰਨਾ ਵੱਡਾ ਇੱਕ ਛੜਯੰਤਰ ਹੋਇਆ। ਉਹ ਸਾਰਾ ਛੜਯੰਤਰ ਜਿਹੜਾ ਸੀ, ਉਹਦੇ ਵਾਸਤੇ ਸਿਰਫ ਇੱਕ ਸ਼ਬਦ, ਇੱਕ ਜਿਹੜਾ ਤਾਨਾ ਮਾਰਿਆ ਗਿਆ ਸੀ ਦ੍ਰੋਪਦੀ ਦੇ ਵੱਲੋਂ, ਉਹ ਸੀ। ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਰੋਬਿਨ ਨਾਮ ਦਾ ਲੜਕਾ ਹੈ, ਜਾਂ ਜੋ ਆਦਮੀ ਕਹਿ ਲਓ,
ਉਹਦੇ ਬੇ ਔਲਾਦ ਸੀ, ਉਹਦੇ ਘਰੇ ਔਲਾਦ ਨਹੀਂ ਹੋ ਰਹੀ ਸੀ, ਉਹਨੂੰ ਕੋਈ ਰਸਤਾ ਦਿਖਾਇਆ ਜਾਂਦਾ, ਕੋਈ ਤਰੀਕਾ, ਕੋਈ ਡਾਕਟਰ ਦਾ ਐਡਰੈਸ ਦਿੱਤਾ ਜਾਂਦਾ ਜਾਂ ਕੋਈ ਹੋਰ ਬੜੇ ਪਿਆਰ ਦੇ ਨਾਲ ਬੈਠ ਕੇ ਤਰੀਕਾ ਸਮਝਾਇਆ ਜਾਂਦਾ, ਤੇ ਸ਼ਾਇਦ ਉਹਦਾ ਇਹ ਨਤੀਜਾ ਨਾ ਨਿਕਲਦਾ। ਲੇਕਿਨ ਇਸ ਤਰ੍ਹਾਂ ਕਹਿ ਦੇਣਾ ਜਿਵੇਂ ਕਿ ਸੁਰਿੰਦਰ ਕੌਰ ਜਿਹਨਾਂ ਦੀ ਮੌਤ ਹੋਈ ਹੈ, ਉਹਨਾਂ ਦੇ ਵੱਲੋਂ ਇਹ ਕਹਿ ਦੇਣਾ ਕਿ ਔਲਾਦ ਪ੍ਰਾਪਤ ਕਰਨ ਦੇ ਹੋਰ ਵੀ ਬੜੇ ਰਸਤੇ ਹੁੰਦੇ ਹੈ, ਔਰ ਉਹਨਾਂ ਦਾ ਭਾਵਨਾਵਾਂ ਕੀ ਸੀ ਇਹ ਤਾਂ ਉਹੀ ਜਾਣਦੇ ਹੈ, ਜਿਹਦੇ ਵਿੱਚ ਇਹ ਸੀ ਕਿ ਅਡੋਪਟ ਕੀਤਾ ਜਾ ਸਕਦਾ ਹੈ ਜਾਂ ਕੋਈ ਮੈਡੀਕਲ ਏਡ ਲਈ ਜਾ ਸਕਦੀ ਹੈ, ਜਾਂ ਕੋਈ ਐਸੀ ਭਾਵਨਾ ਉਹਨਾਂ ਦੀ ਹੋਈ ਰਹੀ ਹੋਵੇਗੀ ਤਾਨਾ ਮਾਰਨ ਦੀ ਕਿ ਸ਼ਾਇਦ ਕੋਈ ਚਰਿੱਤਰ ਦੇ ਉੱਪਰ ਵੀ ਉਹਨਾਂ ਨੂੰ ਫੀਲ ਹੋਇਆ ਹੋਵੇਗਾ, ਕੋਈ ਐਸੀ ਗੱਲ ਕੀਤੀ ਹੈ। ਖੈਰ ਨਹੀਂ ਅਸੀਂ ਕਲੀਅਰ ਕਰ ਸਕਦੇ, ਪੁਲਿਸ ਅਗਰ ਇਹਦੀ ਗਹਿਰਾਈ ਤੱਕ ਪਹੁੰਚੀ ਹੋਏਗੀ ਜਾਂ ਉਹ ਜਿਸ ਬੰਦੇ ਨੂੰ ਪਕੜਿਆ ਉਹਨਾਂ ਨੇ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਚੀਜ਼ ਸਾਹਮਣੇ ਆਏਗੀ ਤਾਂ ਕਲੀਅਰ ਹੋ ਪਾਏਗੀ। ਲੇਕਿਨ ਤੁਸੀਂ ਦੇਖੋ ਨਤੀਜਾ ਕਿੰਨਾ ਖਤਰਨਾਕ ਨਿਕਲਿਆ। ਇਹ ਪੂਰੇ ਸਮਾਜ ਨੂੰ ਇਸ ਚੀਜ਼ ਦੇ ਉੱਪਰੋਂ ਸ਼ਹਿਨ ਦੀ ਜ਼ਰੂਰਤ ਹੈ ਕਿ ਕਦੇ ਵੀ ਅਸੀਂ ਕੋਈ ਵੀ ਸ਼ਬਦਾਵਲੀ ਕਿਸੇ ਵੀ ਵਾਸਤੇ ਇਸਤੇਮਾਲ ਕਰੀਏ, ਕਿਸੇ ਦੇ ਵਾਸਤੇ ਵੀ ਗੱਲ ਕਰੀਏ, ਉਹ ਬੜੀ ਸੱਭਿਅਤ ਹੋਣੀ ਚਾਹੀਦੀ ਹੈ, ਸਿੱਖਿਆਪ੍ਰਦ ਹੋਣੀ ਚਾਹੀਦੀ ਹੈ, ਜਾਂ ਦੂਸਰੇ ਤਰੀਕੇ ਨਾਲ ਅਗਰ ਕਹਿ ਦਈਏ ਕਿ ਉਹਦੇ ਵਿੱਚ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਕਿਸੇ ਨੂੰ ਨੀਚਾ ਦਿਖਾ ਰਹੇ ਹਾਂ ਜਾਂ ਕਿਸੇ ਦੀ ਤਕਲੀਫ ਨੂੰ ਅਸੀਂ ਉਹ ਕਰ ਰਹੇ ਹਾਂ, ਹਰਟ ਕਰ ਰਹੇ ਹਾਂ। ਇੱਕ ਘਰ ਦੇ ਵਿੱਚ ਕੋਈ ਕਮੀ ਹੈ ਤਾਂ ਉਸ ਕਮੀ ਨੂੰ ਬਾਰ-ਬਾਰ ਮਜ਼ਾਕ ਉਡਾਉਣਾ ਉਸ ਚੀਜ਼ ਦਾ, ਔਰ ਉਹ ਠੀਕ ਨਹੀਂ ਹੁੰਦਾ, ਔਰ ਇਹੋ ਜਿਹੀਆਂ ਚੀਜ਼ਾਂ ਦੇ ਨਤੀਜੇ ਕੀ ਨਿਕਲਦੇ ਉਹ ਸਾਡੇ ਸਾਹਮਣੇ ਨੇ। ਖੈਰ ਇਹਦੇ ਵਿੱਚ ਸੁਰਿੰਦਰ ਜੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਪੁਲਿਸ ਜ਼ਰੂਰ ਤਾਰੀਫ ਦੀ ਪਾਤਰ ਹੈ, ਔਰ ਪੁਲਿਸ ਨੇ ਜਿਸ ਤਰੀਕੇ ਨਾਲ ਬੜੀ ਸਪੀਡ ਦੇ ਨਾਲ ਬੜਾ ਜਲਦੀ ਇਸ ਕੇਸ ਨੂੰ ਹੱਲ ਕਰ ਲਿਆ, ਔਰ ਪੂਰੀ ਸਟੋਰੀ ਜਿਹੜੀ ਆ ਉਹ ਸਾਹਮਣੇ ਲਿਆਉਣ ਦੇ ਵਿੱਚ ਵੀ ਕਾਮਯਾਬ ਰਹੇ ਆ। ਪੁਲਿਸ ਦੀ ਮੈਂ ਤਾਰੀਫ ਜ਼ਰੂਰ ਕਰਨੀ ਚਾਹਾਂਗਾ, ਔਰ ਪੁਲਿਸ ਅਗਰ ਇਸੇ ਤਰ੍ਹਾਂ ਕੰਮ ਕਰਦੀ ਰਹੇ ਤੇ ਪੰਜਾਬ ਦੇ ਵਿੱਚ ਆਉਣੇ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਮਨ ਸ਼ਾਂਤੀ ਨੂੰ ਚੈਲੰਜ ਹੋ ਰਹੇ ਆ, ਔਰ ਜਿਹੜੀਆਂ ਘਟਨਾਵਾਂ ਰੋਜ਼ ਅਸੀਂ ਸੁਣਨ ਨੂੰ ਸਾਨੂੰ ਮਿਲਦੀਆਂ ਨੇ, ਉਹਨਾਂ ਦੇ ਉੱਪਰ ਵੀ ਕੰਟਰੋਲ ਹੋਏਗਾ, ਇਸ ਤਰ੍ਹਾਂ ਦੀ ਉਮੀਦ ਜੀ। ਬਿਲਕੁਲ, ਤੁਸੀਂ ਪੁਲਿਸ ਦੀ ਗੱਲ ਕੀਤੀ, ਆਓ ਤੁਹਾਨੂੰ ਉਹ ਪ੍ਰੈਸ ਕਾਨਫਰੰਸ ਵਾਲੇ ਪਾਸੇ ਵੀ ਲੈ ਚੱਲਦੇ ਆ ਕਿ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਲੁਧਿਆਣਾ ਦੇ ਸੀਪੀ ਨੇ, ਉਹਨਾਂ ਨੇ ਕੀ ਕੁਝ ਕਿਹਾ, ਆਓ ਸੁਣ ਲੈਂਦੇ ਪਹਿਲਾਂ। ਤੇ ਦੇਖੀ ਗਈ ਕਿ 3 ਡੈੱਡ ਬੋਡੀਜ਼ ਇੱਕ ਕਮਰੇ ਦੇ ਵਿੱਚ ਪਈਆਂ ਸੀ, ਖੂਨ ਪਾਸੇ ਡੁੱਲਿਆ ਹੋਇਆ ਸੀ, ਤੇ ਉਹਦੇ ਨਾਲ ਜਿਹੜਾ ਹੈਗਾ ਇੱਕ ਗੈਸ ਸਿਲੰਡਰ ਤੇ ਇੱਕ ਚੁੱਲ੍ਹਾ ਉਹਦੇ ਵਿੱਚ ਪਿਆ ਸੀ। ਸੀਨ ਆਫ ਕ੍ਰਾਈਮ ਦੀ ਉੱਥੇ ਫੋਟੋਗ੍ਰਾਫੀ ਕੀਤੀ ਗਈ, ਵੀਡੀਓਗ੍ਰਾਫੀ ਕੀਤੀ ਗਈ, ਜੋ ਐਵੀਡੈਂਸ ਕਲੈਕਟ ਕਰ ਸਕਦੇ ਸੀ ਮੌਕੇ ਦੇ ਉੱਤੋਂ ਉਹ ਕੀਤਾ। ਜਿਵੇਂ ਤੁਸੀਂ ਉਹ ਦੇਖਿਆ, ਜਦੋਂ ਅਸੀਂ ਲਗਭਗ ਪਹਿਲਾਂ ਆਫਿਸਰ ਉੱਥੇ ਹੀ ਸੀ ਸਵੇਰ ਤੋਂ, ਤੇ ਜਦੋਂ ਮੈਂ ਗਿਆ ਉਦੋਂ ਵੀ 1.5 ਘੰਟੇ ਤੋਂ ਜ਼ਿਆਦਾ ਅਸੀਂ ਉੱਥੇ ਟਾਈਮ ਸਾਰਾ ਸਪੈਂਡ ਕੀਤਾ। ਤੇ ਤੁਹਾਨੂੰ ਸਾਰੇ ਪੁੱਛ ਰਹੇ ਸੀ ਵੀ ਕੀ ਉਹਦੇ ਵਿੱਚ, ਮੈਂ ਇਹ ਉਦੋਂ ਦੱਸਿਆ ਸੀ ਵੀ ਮੇਜਰ ਤੌਰ ਤੇ ਜਿਹੜਾ ਇਹ, ਕਿਉਂਕਿ ਨੇੜ ਤੇੜ ਜਿਹੜੀਆਂ ਉੱਚੀਆਂ ਦੀਵਾਰਾਂ, ਮਹੱਲੇ ਦੇ ਲੋਕ ਅੱਛੇ ਹੈ, ਪਿਆਰ ਨਾਲ ਇਤਫਾਕ ਨਾਲ ਰਹਿੰਦੇ ਹੈ, ਤੇ ਇਹਦੇ ਵਿੱਚ ਜਿਹੜਾ ਮੋਟਿਵ ਹੈ ਕੋਈ ਮੇਜਰ ਤੌਰ ਤੇ ਇਮੀਡੀਏਟਲੀ ਕੋਈ ਡਕੈਤੀ ਜਾਂ ਇਹੋ ਜਿਹੀ ਗੱਲ ਨਹੀਂ ਲੱਗਦੀ, ਬਟ ਉਹਦੇ ਵਿੱਚੋਂ ਅਸੀਂ ਇਹਦੇ ਚੋਂ ਇਹਨੂੰ ਟਰੇਸ ਕਰ ਲਾਂਗੇ। ਤੇ ਨਾਲ ਇਹ ਵੀ ਤੁਹਾਨੂੰ ਕਿਹਾ ਸੀ ਵੀ ਜਿਵੇਂ ਅਸੀਂ ਬਾਕੀ ਕੇਸ ਸਾਰੇ ਟਰੇਸ ਕਰ ਲੈਂਦੇ ਆ, ਜਿਹੜੀ ਕਿ ਕੁਝ ਘੰਟਿਆਂ ਦੇ ਵਿੱਚ ਕਰਦੇ ਆ, ਵੀ ਅਸੀਂ ਜ਼ੋਰ ਲਾਵਾਂਗੇ ਇਹ ਕੇਸ ਨੂੰ ਟਰੇਸ ਕਰਾਂਗੇ। ਉਹਦੇ ਵਿੱਚ ਜਦੋਂ ਟਰੇਸ ਕੀਤਾ ਉਹ ਸਾਰੀ ਗੱਲ ਨੂੰ ਕਰਦਿਆਂ ਇਹਦੇ ਵਿੱਚ ਜਿਹੜਾ ਗਵਾਂਢੀ ਹੈ, ਜਿਹੜਾ ਰੋਬਿਨ ਜਿਹੜਾ ਨਾਂ ਦਾ ਇਹ ਹੈਗਾ ਜਿਹੜਾ ਅਕਿਊਜ਼ਡ ਹੈ, ਇਹ ਰੋਬਿਨ ਉਰਫ ਮੁੰਨਾ, ਇਹ ਜਿਹੜਾ ਇਹ ਅਕਿਊਜ਼ਡ ਜਿਹੜਾ ਉਹਦੇ ਚ ਇਹ ਅਕਿਊਜ਼ਡ ਪਾਇਆ ਗਿਆ, ਵਾਰ ਕੀਤਾ, ਉਹਦੇ ਸਿਰ ਤੇ ਵਾਰ ਕੀਤਾ ਵੀ ਇਹਨੂੰ ਮੈਂ ਸਬਕ ਸਿਖਾਉਣਾ। ਇਹਦਾ ਦੂਜਿਆਂ ਦਾ ਮਾਰਨ ਦਾ ਮਕਸਦ ਨਹੀਂ ਸੀਗਾ। ਇਨ ਮੇਨ ਟਾਈਮ ਉਹ ਬੰਦਾ ਜਿਹੜਾ ਉਹਦਾ ਜਾਗ ਪਿਆ, ਫਿਰ ਉਹਦੇ 2 ਮਾਰੀਆਂ, ਉਦੋਂ ਨੂੰ ਮਾਰ ਕੇ ਇਹਦੇ ਖੂਨ ਜਦੋਂ ਆਸੇ ਪਾਸੇ ਨੂੰ ਨਿਕਲਿਆ, ਬਾਹਰ ਨਿਕਲਿਆ, ਤਾਂ ਜਿਹੜੇ ਇਹਨਾਂ ਦੇ ਵੱਡੇ ਮਾਤਾ ਜੀ ਹੈਗੇ ਆ, ਜਿਹੜੇ ਸਰਜੀਤ ਕੌਰ ਜਿਹੜੇ ਹੈਗੇ ਉਰਫ ਜੀਤੋ, ਉਹ ਆਪਦੇ ਨਾਲ ਦਾ ਇੱਕ ਛੋਟਾ ਕਮਰਾ ਸੀ ਉਹਦੇ ਚ ਪਏ ਸੀ। ਉਹਨਾਂ ਨੇ ਲਾਈਟ ਜਗਾਈ, ਲਾਈਟ ਜਗਾ ਕੇ ਜਦੋਂ ਉਹਨੂੰ ਬਾਹਰ ਨਿਕਲੇ ਆ ਤੇ ਉਹ ਅਜੇ ਨਿਕਲ ਹੀ ਰਹੇ ਸੀ, ਇਹਨੇ ਜਾ ਕੇ ਉਹਨਾਂ ਨੇ ਕਿਹਾ ਤੂੰ ਕਿੱਧਰ ਨੂੰ, ਤੇ ਇਹਨੇ ਜਾ ਕੇ ਉਹਨਾਂ ਤੋਂ ਵੀ ਵਾਰ ਕੀਤਾ। ਹੁਣ ਵਾਰ ਕਰਨ ਤੋਂ ਬਾਅਦ ਉਹਦੇ 2-3 ਵਾਰ ਉਹਦੇ ਕੀਤੇ ਤੇ ਉਹ ਲੇਡੀ ਡਿੱਗ ਪਈ, ਇਹਨੂੰ ਲੱਗਿਆ ਅੰਦਰ ਉਹ ਤੜਫ ਰਹੇ ਸੀ ਮੰਜੇ ਤੇ, ਇਹਨੇ ਉਹਨੂੰ ਸੋਚਿਆ ਵੀ ਹੁਣ ਕਿਤੇ ਮੇਰੇ ਤੇ ਸ਼ੱਕ ਨਾ ਹੋ ਜੇ, ਇਹਨੇ ਉਹਨੂੰ ਚਾਦਰ ਦੇ ਵਿੱਚ ਚੱਕਿਆ, ਲੇਡੀ ਨੂੰ, ਜਿਹੜੇ ਬਜ਼ੁਰਗ ਸੀ ਉਹ ਘੱਟ ਵੇਟ ਆ, ਹਲਕੇ ਸੀ,
ਉਹਨੂੰ ਲਿਆ ਕੇ ਉਸ ਬੈੱਡ ਦੇ ਉੱਤੇ ਪਾਤਾ। ਤੁਸੀਂ ਦੇਖਿਆ ਛਾਬੜਾ ਜੀ ਕਿਸ ਤਰੀਕੇ ਨਾਲ ਇਹ ਪੂਰੀ ਸਾਜ਼ਿਸ਼ ਨੂੰ, ਇਸ ਕਤਲकांड ਨੂੰ ਉਹਨੇ ਅੰਜਾਮ ਦਿੱਤਾ। ਤੇ ਸਭ ਤੋਂ ਹੈਰਾਨੀਜਨਕ ਵਾਲੀ ਗੱਲ ਇਹ ਹੈ ਕਿ ਕਤਲ ਕਰਕੇ ਉਹ ਚੁੱਪ ਕਰਕੇ ਆਪਦੇ ਘਰੇ ਆਉਂਦਾ ਤੇ ਆਰਾਮ ਨਾਲ ਸੋ ਜਾਂਦਾ ਤੇ ਸਵੇਰ ਤੱਕ ਉਸ ਤੇ ਕੋਈ ਸ਼ਿਕਨ ਨਹੀਂ। ਪੁਲਿਸ ਵੀ ਜਦੋਂ ਜਾਂਚ ਕਰ ਰਹੀ ਹੁੰਦੀ ਹੈ ਉਦੋਂ ਤੱਕ ਇਹ ਨਹੀਂ, ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਵਾਕਈ ਗਵਾਂਢੀ ਇਹ ਵੀ ਕਾਤਲ ਨਿਕਲ ਸਕਦਾ ਜੀ। ਹਾਂ ਬਿਲਕੁਲ, ਇਹਦੇ ਚ ਦੇਖੋ ਮੈਨੂੰ ਤਾਂ ਕੁਝ ਜਿਹੜੇ ਵੀ ਲੱਗਦਾ ਵੀ ਇਹ ਉੱਥੇ ਹੀ ਘੁੰਮ ਫਿਰ ਰਿਹਾ ਸੀ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ। ਉਹ ਸਾਰੀ ਚੀਜ਼ਾਂ ਪੁਲਿਸ ਸੀ ਬੜੇ ਸਫਾਈ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਕਾਰਵਾਈ ਸਾਰੀ ਕੀਤੀ ਹੈ। ਔਰ ਤੁਸੀਂ ਦੇਖੋ ਵੀ ਉਹਨੇ ਕਿੰਨੇ ਤਰੀਕੇ ਦੇ ਨਾਲ ਪੂਰੀ ਘਟਨਾ ਨੂੰ ਇੱਕੋ ਗੈਸ ਦਾ ਸਿਲੰਡਰ ਜਿਵੇਂ ਪ੍ਰੋਫੈਸ਼ਨਲ ਲੋਕ ਕਰਦੇ ਆ ਉਸ ਤਰ੍ਹਾਂ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਲੇਕਿਨ ਕੁੱਲ ਮਿਲਾ ਕੇ ਸਾਨੂੰ ਸਬਕ ਕੀ ਮਿਲਦਾ? ਸਬਕ ਇਹੀ ਮਿਲਦਾ ਸਿੰਦਰ ਜੀ ਕਿ ਪੁਲਿਸ ਨੇ ਨੋ ਡਾਊਟ ਆਪਣਾ ਬੜਾ ਸਮਾਂ ਰਹਿੰਦਿਆਂ ਕਾਤਲ ਨੂੰ ਪਕੜ ਲਿਆ, ਹਥਿਆਰ ਬਰਾਮਦ ਕਰ ਲਿਆ ਔਰ ਉਹਨੂੰ ਜੇ ਸਲਾਖਾਂ ਦੇ ਪਿੱਛੇ ਕਰ ਦਿੱਤਾ। ਔਰ ਲੇਕਿਨ 3 ਜਾਨਾਂ ਗਈਆਂ, 3 ਕੀਮਤੀ ਜਾਨਾਂ ਗਈਆਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਬੜਾ ਕੁਝ ਦੇਖਣਾ ਸੀ। ਮਾਤਾ ਜੀ ਚਲੋ ਬਜ਼ੁਰਗ ਸੀ, ਲੇਕਿਨ ਇੱਕ ਸ਼ਬਦ ਜਿਹੜਾ ਹੈ ਮੈਂ ਬਾਰ-ਬਾਰ ਉਸੇ ਤੇ ਹੀ ਜ਼ੋਰ ਦਿਆਂਗਾ ਕਿ ਇੱਕ ਸ਼ਬਦ ਜਿਹੜਾ ਹੈ ਇਨਸਾਨ ਨੂੰ ਕਿੱਥੋਂ ਦਾ ਕਿੱਥੇ ਪਹੁੰਚਾ ਦਿੰਦਾ ਹੈ। ਤੁਸੀਂ ਦੇਖੋ ਵੀ ਉਹ 3 ਜਾਨਾਂ ਉਹ ਗਈਆਂ, ਚੌਥੀ ਜਾਨ ਇਹ ਜਿਸ ਬੰਦੇ ਨੇ ਮਰਡਰ ਕੀਤਾ ਉਹ ਗਿਆ ਔਰ ਇਹਦਾ ਸਾਰਾ ਪਰਿਵਾਰ, ਇਹਦੇ ਸਾਰੇ ਲੋਕ ਜੋ 4 ਪੈਸੇ ਨੇ ਜੋੜੇ ਹੋਣਗੇ। ਔਰ ਜਿੱਥੋਂ ਤੱਕ ਮੇਰੇ ਰਿਪੋਰਟ ਦੇ ਵਿੱਚ ਆਇਆ, ਸੁਣਨ ਦੇ ਵਿੱਚ ਆਇਆ ਕਿ ਇਹ ਵੈਸੇ ਵੀ ਉਹ ਕੋਈ ਬਹੁਤ ਜ਼ਿਆਦਾ ਸਮਰਿੱਧ ਨਹੀਂ ਸੀ, ਈ ਰਿਕਸ਼ਾ ਵਗੈਰਾ ਚਲਾਉਂਦਾ ਹੈ ਔਰ ਉਹਦੇ ਤੋਂ ਆਪਣਾ ਰੋਜ਼ਗਾਰ ਬੰਦਾ ਚਲਾਉਂਦਾ ਸੀ। ਔਰ ਉਹ ਸਾਰਾ ਬੰਦ ਹੋ ਗਿਆ। ਘਰ ਪਿੱਛੇ ਜੋ ਲੋਕ ਬਚੇ ਹੈ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ। ਜੋ ਥੋੜਾ ਬਹੁਤਾ ਕੋਈ 4 ਪੈਸੇ ਜੋੜੇ ਹੋਣਗੇ, ਘਰ-ਬਾਰ ਹੋਏਗਾ, ਉਹ ਇਹਦੇ ਕੇਸ ਤੇ ਲੱਗ ਜਾਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਦੇ ਵੀ ਜਿਹੜੀ ਸਾਡੇ ਬੋਲੇ ਹੋਏ ਸ਼ਬਦ ਹੈ ਨਾ, ਉਹ ਕਹਿੰਦੇ ਨੇ ਨਾ, ਇੱਕ ਪੁਰਾਣੀ ਕਹਾਵਤ ਹੈ ਕਿ ਇਹੀ ਸ਼ਬਦ ਜਿਹੜੇ ਆ ਘੋੜੀ ਤੇ ਚੜਾਉਂਦੇ ਆ ਤੇ ਇਹੀ ਸ਼ਬਦ ਜਿਹੜੇ ਆ ਉਹ ਸਾਨੂੰ ਛਿੱਤਰ ਪਵਾਉਂਦੇ ਆ। ਸੋ ਇਹੋ ਜੀ ਜਿਹੜੀ ਚੀਜ਼ ਹੁੰਦੀ ਹੈ ਉਹ ਕਦੇ ਵੀ ਸਾਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ। ਪਰ ਛਾਬੜਾ ਜੀ ਇਸ ਕੇਸ 'ਚ ਇੱਕ ਹੋਰ ਜੋ ਮਨਦੀਪ ਸਿੱਧੂ ਜੀ ਜੋ ਗੱਲ ਕਰ ਰਹੇ ਸੀ ਉਸ 'ਚ ਇੱਕ ਚੀਜ਼ ਉਹਨਾਂ ਨੇ ਹੋਰ ਕਲੀਅਰ ਕੀਤੀ ਹੈ ਕਿ ਜੋ ਮਾਤਾ ਜੀ ਇਸ ਨੂੰ ਔਲਾਦ ਬਾਰੇ ਉਹ ਮਿਹਣਾ ਨਹੀਂ ਸੀ, ਉਹ ਇੱਕ ਕਿਉਂਕਿ ਉਹਨਾਂ ਦੇ ਵੀ 4 ਬੱਚੇ ਸੀ, ਚਾਰੋਂ ਬਾਹਰ ਸੈਟਲ ਨੇ, ਉਹਨਾਂ ਦੇ ਅੰਦਰ ਇੱਕ ਜਿਹਨੂੰ ਆਪਾਂ ਕਹਿ ਸਕਦੇ ਨਾ ਇੱਕ ਦਰਦ ਤੇ ਕੰਸਰਨ ਸੀਗਾ ਉਹਨਾਂ ਨੂੰ, ਉਹ ਮਿਹਣਾ ਨਹੀਂ। ਇੱਥੇ ਸ਼ਾਇਦ ਹੋ ਸਕਦਾ ਅਗਰ ਉਹਨੂੰ ਕੋਈ ਬੁਰਾ ਲੱਗ ਰਿਹਾ ਵੀ ਸੀ ਤਾਂ ਸਿੱਧਾ ਮਾਤਾ ਜੀ ਨੂੰ ਕਹਿ ਦਿੰਦਾ ਕਿ ਇਹੋ ਜਿਹੀ ਚੀਜ਼ਾਂ 'ਚ ਤੁਸੀਂ ਦਖਲਅੰਦਾਜ਼ੀ ਨਾ ਦਿਓ, ਮੈਨੂੰ ਇਹ ਚੀਜ਼ਾਂ ਤੁਹਾਡੀਆਂ ਵਧੀਆ ਨਹੀਂ ਲੱਗਦੀਆਂ। ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕੋ ਹੀ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਇਹ ਦੋਨੋਂ ਮੀਆਂ ਬੀਬੀ ਰਹਿ ਰਹੇ ਨੇ, ਕਿ ਇਹਨਾਂ ਦੇ ਘਰੇ ਕਿ ਜੋ ਹੋ ਸਕਦਾ ਕਿਉਂਕਿ ਮਾਤਾ ਜੀ ਨਾਲ ਉਹਨਾਂ ਦੀ ਜਿਹੜੀ ਇਹਦੀ ਜਿਹੜੀ ਵਾਈਫ ਹੈ ਸ਼ਾਇਦ ਉਹ ਗੱਲ ਕੋਈ ਕਰਦੀ ਹੋਵੇ ਜਿਸ ਤਰੀਕੇ ਨਾਲ, ਕਿਉਂਕਿ ਵਿੱਚ ਇਹ ਤਾਂ ਹੈ ਨਹੀਂ ਸੀ, ਦੋਨੋਂ ਇਕੱਲੇ ਰਹਿ ਰਹੇ ਸੀਗੇ, ਤਾਂ ਕਿਤੇ ਨਾ ਕਿਤੇ ਸ਼ਾਇਦ ਉਹ ਮੈਨੂੰ ਲੱਗਦਾ ਕਿ ਉਹਨੂੰ ਇੰਨਾ ਕੁ ਮਿਹਣਾ ਲੱਗਿਆ। ਪਰ ਮਾਤਾ ਜੀ ਦਾ ਇਸ ਤਰੀਕੇ ਨਾਲ ਉਹ ਨਹੀਂ ਸੀ ਕਿ ਉਹ ਮਿਹਣਾ ਨਹੀਂ ਮਾਰ ਰਹੇ ਸੀ। ਤਾਂ ਇਹ ਵੀ ਤਾਂ ਕਹਿ ਨਾ ਕਿ ਸ਼ਾਇਦ ਆਪਾਂ ਨੂੰ ਬੜੀ ਜਲਦੀ ਕਮਿਊਨੀਕੇਟ ਕਰ ਲੈਣਾ ਚਾਹੀਦਾ ਆਪਦੇ 'ਚ। ਤੁਹਾਨੂੰ ਕੋਈ ਮੈਨੂੰ ਅਗਰ ਤੁਹਾਡੇ ਨਾਲ ਤੁਹਾਡੀ ਕੋਈ ਗੱਲ ਵਧੀਆ ਨਹੀਂ ਲੱਗ ਰਹੀ, ਤੁਹਾਡਾ ਕਹਿਣ ਦਾ ਤਰੀਕਾ ਨਹੀਂ ਸਹੀ ਲੱਗ ਰਿਹਾ ਹੋਣਾ, ਤਾਂ ਮੈਂ ਤੁਹਾਨੂੰ ਸਿੱਧਾ ਕਹਿਣਾ ਛਾਬੜਾ ਜੀ ਨਹੀਂ, ਆਹ ਚੀਜ਼ ਆਪਾਂ ਇੱਥੇ ਹੀ ਰੱਖ ਦਈਏ ਜੀ। ਲੇਕਿਨ ਦੇਖੋ ਅੰਡਰਸਟੈਂਡਿੰਗ ਤਾਂ ਹੁੰਦੀ ਰਹੇਗੀ ਨਾ, ਉਹ ਕੀ ਸੋਚਦਾ ਸੀ ਜਾਂ ਉਹਨੂੰ ਦੇਖੋ ਹਰ ਬੰਦਾ ਇਸ ਤਰੀਕੇ ਨਾਲ ਨਹੀਂ ਸੋਚਦਾ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨੂੰ ਗੱਲ ਕਰ ਲੈਣੀ ਚਾਹੀਦੀ ਸੀ ਵੀ ਤੁਸੀਂ ਮੇਰੇ ਬਾਰ-ਬਾਰ ਇਹ ਚੀਜ਼ ਦਾ, ਉਹ ਮੈਨੂੰ ਅੱਛੀ ਨਹੀਂ ਲੱਗਦੀ। ਸ਼ਾਇਦ ਕਿਤੇ ਉਹ ਅਗਰ ਗੱਲ ਕਰ ਲੈਂਦਾ ਤੇ ਇਹ ਵਾਲੀ ਘਟਨਾ ਨਾ ਹੁੰਦੀ। ਔਰ ਉਹ ਮਾਤਾ ਜੀ ਵੀ ਸਮਝਾ ਸਕਦੇ ਵੀ ਅਸੀਂ ਤੈਨੂੰ ਇਸ ਪਿੱਛੇ ਕਹਿੰਦੇ ਵੀ ਫਲਾਣੀ ਜਗ੍ਹਾ ਤੇ ਕੋਈ ਅੱਛਾ ਵੈਦ ਹੈ ਜਾਂ ਫਲਾਣਾ ਡਾਕਟਰ ਹੈ ਜਾਂ ਫਲਾਣੀ ਜਾਂਦੇ ਆ ਲੋਕ, ਮੰਨਤਾ ਵੀ ਮੰਨਦੇ ਆ, ਕੋਈ ਐਸਾ ਸਥਾਨ ਵੀ ਹੈ, ਮੰਦਿਰ ਗੁਰਦੁਆਰਾ ਵੀ ਹੈ ਜਿੱਥੇ ਜਾ ਕੇ ਹੁੰਦੀ ਹੈ। ਤਾਂ ਉਹ ਸਮਝਾਉਣ ਦੇ ਵਿੱਚ ਮਿਸਕਮਿਊਨੀਕੇਸ਼ਨ ਤਾਂ ਨੋ ਡਾਊਟ ਇਹਦੇ 'ਚ ਹੈਗੀ ਹੈ। ਲੇਕਿਨ ਜਿੱਥੋਂ ਪੁਲਿਸ ਨੇ ਵੀ ਜੋ ਗੱਲ ਕਹੀ ਹੈ, ਲੇਕਿਨ ਜਿੱਥੋਂ ਤੱਕ ਸੁਣਨ ਹੋਰ ਵੀ ਕਈ ਜਿਹੜੇ ਆਪਣੇ ਮਾਧਿਅਮ ਹੈ ਉਹਨਾਂ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਸੀ ਨਾ, ਬਾਕੀ ਹਜੇ ਇਨਵੈਸਟੀਗੇਸ਼ਨ ਦੇ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਇਹ ਹੈ ਵੀ ਥੋੜਾ ਜਿਹਾ ਉਹ ਟੋਨ ਟਾਈਪ ਜਿਹੜੀ ਹੈ ਉਹ ਗੱਲ ਕੀਤੀ ਜਾਂਦੀ ਸੀ। ਬਾਕੀ ਦੇਖੋ ਹਜੇ 2-4 ਦਿਨਾਂ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਹੋਏਗੀ, ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅਸਲੀਅਤ ਕੀ ਹੈ। ਲੇਕਿਨ ਫਿਰ ਵੀ ਮੈਂ ਇਹੀ ਗੱਲ ਕਹੂੰਗਾ ਕਿ ਸਾਨੂੰ ਜਿਹੜਾ ਹੈ ਆਦੀ ਭਾਸ਼ਾ ਦੇ ਉੱਪਰ, ਆਦੀ ਭਾਵਨਾ ਦੇ ਉੱਪਰ, ਆਦੇ ਸ਼ਬਦਾਂ ਦੇ ਉੱਪਰ ਪੂਰਾ ਕੰਟਰੋਲ ਰੱਖਣਾ ਚਾਹੀਦਾ। ਤੇ ਉਧਰ ਛਾਬੜਾ ਜੀ UCC ਦੀ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੇ ਤੋਂ ਨਕਾਰ ਦਿੱਤਾ, ਕਹਿੰਦੇ UCC ਲਾਗੂ ਨਹੀਂ ਹੋਣਾ ਚਾਹੀਦਾ। ਕਿਵੇਂ ਦੇਖਦੇ ਹੋ? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ UCC ਦਾ ਮਸੌਦਾ ਹਜੇ
ਪੂਰੀ ਤਰ੍ਹਾਂ ਨਾਲ ਕਿਸੇ ਦੇ ਕੋਲੇ ਸਾਹਮਣੇ ਨਹੀਂ ਆਇਆ। ਉਹਦੇ ਡਾਕੂਮੈਂਟਸ ਕੀ ਨੇ, ਉਹਦੇ ਵਿੱਚ ਕੀ ਗਵਰਨਮੈਂਟ ਆਦਾ ਮੈਮੋਰੈਂਡਮ ਲੈ ਕੇ ਆ ਰਹੀ ਹੈ, ਕੀ ਚੀਜ਼ ਉਹਦੇ ਚ ਰੱਖ ਰਹੀ ਹੈ, ਕੀ ਚੀਜ਼ਾਂ ਨੇ। ਲੇਕਿਨ ਜੋ ਆਪਣੇ ਮੀਡੀਆ ਦੇ ਮਾਧਿਅਮ ਦੇ ਨਾਲ ਜੋ ਸਰਕਾਰੀ ਸੱਤਾ ਪਕਸ਼ ਦੇ ਵੱਲੋਂ ਜੋ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ, ਉਹਦੇ ਵਿੱਚ ਸਿੱਧਾ ਉਹਨਾਂ ਨੇ ਗੱਲ ਕਹੀ ਹੈ ਵੀ ਕਿਸੇ ਦੀ ਵੀ ਰਿਲੀਜੀਅਸ ਦੇ ਨਾਲ, ਰਿਚੁਅਲ ਭਾਵਨਾਵਾਂ ਦੇ ਨਾਲ, ਕਿਸੇ ਦੇ ਰੀਤੀ ਰਿਵਾਜ ਦੇ ਉੱਪਰ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਐਕਸ਼ਨ ਨਹੀਂ ਹੈ। ਇਹਦੇ ਵਿੱਚ ਜਸਟ ਇੱਕ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਕਿ ਸਾਰਿਆਂ ਨੂੰ ਸਮਾਨ ਅਧਿਕਾਰ ਮਿਲੇ, ਸਾਰਿਆਂ ਨੂੰ ਸਮਾਨ ਸੁਵਿਧਾਵਾਂ ਮਿਲਣ ਜੋ ਸਰਕਾਰ ਦੇ ਵੱਲੋਂ ਮਿਲਦੀਆਂ ਨੇ। ਇੱਕ ਬੰਦਾ ਤਾਂ ਤੁਸੀਂ ਦੇਖੋ ਟੈਕਸ ਪੇ ਕਰ ਰਿਹਾ ਔਰ ਪਰਿਵਾਰ ਦੇ ਵਿੱਚ 4 ਜੀ ਹੈ ਤੇ ਉਹਨਾਂ ਨੂੰ ਉਹ ਸਾਧਨ ਨਹੀਂ ਮਿਲਦੇ ਔਰ ਉਹ ਟੈਕਸ ਵੀ ਦੇ ਰਿਹਾ, ਲੇਕਿਨ ਇੱਕ ਪਾਸੇ ਕੋਈ ਬੰਦਾ ਕਿਸੇ ਤਰ੍ਹਾਂ ਦਾ ਗਵਰਨਮੈਂਟ ਦਾ ਸਹਿਯੋਗ ਨਹੀਂ ਕਰ ਰਿਹਾ ਔਰ ਉਹ ਸਾਰੀਆਂ ਸੁਵਿਧਾਵਾਂ ਵੀ ਲੈ ਰਿਹਾ ਔਰ ਗਵਰਨਮੈਂਟ ਨੂੰ ਗਾਲਾਂ ਵੀ ਕੱਢ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਕੁਝ ਇਸ ਤਰ੍ਹਾਂ ਦੀਆਂ, ਇਹਦੇ ਵਿੱਚ ਠੀਕ ਹੈ ਵੀ SGPC ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਅਲਾਇੰਸ ਨਹੀਂ ਹੈ ਔਰ ਇਹਦੇ ਵਿੱਚ ਹੋ ਸਕਦਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਰਿਸਥਿਤੀਆਂ ਕੀ ਬਣਦੀਆਂ ਨੇ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਫਿਲਹਾਲ ਹਾਲ ਦੀ ਘੜੀ ਦੇ ਵਿੱਚ ਕੁਝ ਵੀ ਕਲੀਅਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਕਿ ਇਹ ਨਾ ਹੋਵੇ, ਮੈਂ ਤਾਂ ਹਮੇਸ਼ਾ ਕਿਹਾ ਕਰਦਾ ਕਿ ਦੋਸਤੀ करो तो जमकर करो, दुश्मनी करो तो जमकर करो और ख्याल रहे कि अगर फिर से दोस्त बन जाए तो शर्मिंदा ना हो सकता है श्रोमणी अकाली दल का BJP का ਅਲਾਇੰਸ ਹੋ ਜਾਵੇ ਔਰ SGPC ਦੀਆਂ ਜੋ ਅੱਜ ਦੀਆਂ ਗੱਲਾਂ ਕਹੀਆਂ ਹੋਈਆਂ ਨੇ ਉਹ ਉਹਨਾਂ ਨੂੰ ਵਾਪਸ ਲੈਣੀਆਂ ਪੈਣ। ਲੇਕਿਨ UGC ਦਾ ਜਿੰਨੀ ਦੇਰ ਤੱਕ ਪੂਰਾ ਮਸੂਦਾ ਧਾਬੀ ਸਾਹਿਬ ਨੇ ਵੀ ਕਿਹਾ ਅਸੀਂ ਪੜ੍ਹਿਆ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਮੈਂ ਇੱਕ ਚੀਜ਼ ਤਾਂ ਮੈਂ ਵੀ ਦਾਅਵੇ ਨਾਲ ਕਹਿ ਸਕਦਾ ਕਿ ਨਰਿੰਦਰ ਮੋਦੀ ਜੀ ਜਿਹੜੇ ਹੈ ਉਹ ਸਿੱਖ ਮਰਿਆਦਾਵਾਂ ਦਾ ਕਿਸੇ ਵੀ ਤਰ੍ਹਾਂ ਦਾ ਕਾਰਜ ਨਹੀਂ ਕਰ ਸਕਦੇ। ਨਹੀਂ ਛਾਬੜਾ ਜੀ, ਇੱਥੇ ਸਿੱਖ ਮਰਿਆਦਾ ਨਹੀਂ, ਉਹਨਾਂ ਦਾ ਕੰਸਰਨ ਹੈਗਾ ਕਿ ਜਿਹੜੇ ਘੱਟ ਗਿਣਤੀ ਹੈ ਉਹਨਾਂ ਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ। ਉਸ 'ਚ ਚਾਹੇ ਆਪਾਂ ਕਿਸੇ ਵੀ ਧਰਮ ਨੂੰ ਇੱਕ ਲੈ ਲਈਏ ਕਿ ਚਲੋ ਸਿੱਖ ਮਰਿਆਦਾ ਨਹੀਂ, ਪਰ ਮੁਸਲਮਾਨਾਂ ਨੂੰ ਤਾਂ ਨਹੀਂ ਕਿਤੇ ਟਾਰਗੇਟ ਕੀਤਾ ਜਾ ਰਿਹਾ। ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਅੱਜ ਸ਼ੁਰੂਆਤ ਉੱਥੋਂ ਹੋਈ ਹੈ। ਮੰਨ ਲਓ ਕਿ ਅੱਜ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ, ਅੱਜ ਕਿਸੇ ਹੋਰ ਧਰਮ ਤੇ ਸਾਨੂੰ ਲੱਗ ਰਿਹਾ ਕਿ ਉਹਨੂੰ ਟਾਰਗੇਟ ਕਰਕੇ ਬਣਾਇਆ ਜਾ ਰਿਹਾ, ਕੱਲ ਨੂੰ ਉਸ ਤੋਂ ਬਾਅਦ ਵਾਰੀ ਸਾਡੀ ਵੀ ਆ ਸਕਦੀ ਹੈ। ਉਹਨਾਂ ਦਾ ਕੰਸਰਨ ਇਹ ਹੋ ਰਿਹਾ ਜੀ। ਗੱਲ ਸਰ ਸਮਾਨ ਆਚਾਰ ਸੰਹਿਤਾ ਦੀ ਹੈ, ਇਹਦੇ ਵਿੱਚ ਕੋਈ ਧਰਮ ਦਾ ਮੁੱਦਾ ਹੀ ਨਹੀਂ ਹੈ। ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਕ੍ਰਿਸਚਨ ਹੈ, ਕਿਸੇ ਵੀ ਬੋਧੀ ਹੈ, ਜੈਨੀ ਹੈ, ਪਾਰਸੀ ਹੈ, ਕਿਸੇ ਵੀ ਜਿਹੜੀ ਸਮੁਦਾਇ ਦੇ ਲੋਕਾਂ ਦੇ ਨਾਲ ਜਿੰਨੀ ਚੀਜ਼ ਮੈਂ ਅਜੇ, ਕਿਉਂਕਿ ਮੈਂ ਪੜ੍ਹਿਆ ਨਹੀਂ ਇਹਨੂੰ, ਕੁਛ ਇਹਦੇ ਪੁਆਇੰਟਸ ਜ਼ਰੂਰ ਮੇਰੇ ਸਾਹਮਣੇ ਆਏ ਹੈ, ਉਹਦੇ ਅਨੁਸਾਰ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਨਹੀਂ ਬਣਾਇਆ ਜਾ ਰਿਹਾ। ਜੋ ਅਸੀਂ, ਕਿਉਂਕਿ ਇੱਕ ਜਗ੍ਹਾ ਤੇ ਵੀ ਸੁਣਨ ਨੂੰ ਆਇਆ ਸੀ ਬਈ ਜੋ ਇਸਲਾਮ ਦਾ ਮੈਰਿਜ ਐਕਟ ਹੈ ਉਹਦੇ ਉੱਤੇ ਕੋਈ ਗੱਲ ਆ ਰਹੀ ਹੈ, ਉਹ ਕਲੀਅਰ ਹੋ ਗਈ ਨਹੀਂ ਹੈ। ਆਨੰਦ ਮੈਰਿਜ ਐਕਟ ਹੈ, ਜੋ ਆਨੰਦ ਕਾਰਜ ਆਪਣੇ ਸਿੱਖ ਸਮੁਦਾਇ ਦੇ ਵਿੱਚ ਹੁੰਦੇ ਹੈ, ਉਹਦੇ ਉੱਪਰ ਕੋਈ ਗੱਲ ਹੈ, ਐਸੀ ਕੋਈ ਗੱਲ ਨਹੀਂ ਹੈ। ਕੋਈ ਐਸਾ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਹੋਰ ਪ੍ਰਤੀਬੰਧ ਕਿਸੇ ਵੀ ਧਰਮ ਦੇ ਉੱਪਰ, ਸਮੁਦਾਇ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਬੰਧ ਨਹੀਂ ਲਗਾਇਆ ਜਾ ਰਿਹਾ। ਜਸਟ ਇਹ ਹੈ ਕਿ ਸਭ ਨੂੰ ਸੁਵਿਧਾਵਾਂ ਮਿਲਣ। ਇਹ ਨਹੀਂ ਹੈ ਕਿ ਇੱਕ ਵਿਸ਼ੇਸ਼ ਸਮੁਦਾਇ ਨੂੰ ਅਲੱਗ ਜ਼ਿਆਦਾ ਸੁਵਿਧਾਵਾਂ ਮਿਲਣ ਔਰ ਇੱਕ ਸਮੁਦਾਇ ਜਿਹੜਾ ਹੈ ਉਹ ਪਿਛੜਿਆ ਰਹਿ ਜਾਏ। ਇਹਦੇ ਵਿੱਚ ਯੂਨੀਫਾਰਮ ਸਿਵਲ ਕੋਡ ਨੂੰ ਅਸੀਂ ਇਹਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਨੂੰ ਸਮਝ ਕੇ ਦੇਖੀ। ਯੂਨੀਫਾਰਮ ਦਾ ਮਤਲਬ ਕੋਈ ਇਹ ਨਹੀਂ ਹੈ ਕੋਈ ਸਾਨੂੰ ਵਰਦੀ ਪਾਈ ਜਾਏਗੀ, ਐਸਾ ਕੁਝ ਨਹੀਂ ਹੈ। ਕੋਈ ਸਾਡੀ ਵੇਸ਼ਭੂਸ਼ਾ ਦੇ ਉੱਪਰ ਐਕਟ ਆਏਗਾ, ਐਸਾ ਕੁਝ ਨਹੀਂ ਹੈ। ਸਿਵਲ ਕੋਡ ਜਿਹੜਾ ਹੈ ਸਭ ਨੂੰ ਸਮਾਨ ਅਧਿਕਾਰ ਦੇਣ ਦੀ ਕੋਸ਼ਿਸ਼ ਇਹਦੇ ਵਿੱਚ ਜਿੰਨੀ ਕੁ ਚੀਜ਼ ਜਿੰਨੀ ਕੁ ਸਮਝ ਆਈ ਹੈ ਉਸ ਚੀਜ਼ ਦੇ ਅਨੁਸਾਰ ਵੀ ਉਹ ਕੀਤੀ ਜਾ ਰਹੀ ਹੈ। ਔਰ ਇਹਦੇ ਵਿੱਚ ਇਹਨਾਂ ਨੇ ਬਕਾਇਦਾ ਆਦੇ ਉਹਦੇ ਵਿੱਚ ਏਜੰਡੇ ਦੇ ਵਿੱਚ ਸੀ ਇਹਨਾਂ ਦੇ BJP ਦੇ, ਜਦੋਂ ਵੀ ਵਕਤ ਆਏਗਾ ਔਰ ਇਸ ਚੀਜ਼ ਨੂੰ ਲਾਗੂ ਕੀਤਾ ਜਾਏ, ਚਾਹੇ ਰਾਮ ਮੰਦਿਰ ਹੋਵੇ, ਚਾਹੇ UCC ਹੋਵੇ ਜਾਂ ਇਹੋ ਜਿਹੀਆਂ ਚੀਜ਼ਾਂ। ਇਹ ਉਹਦੇ ਉੱਪਰ ਧਾਰਾ 370 ਸੀ, ਧਾਰਾ 30A ਸੀ, ਸਾਰੇ ਜਿਹੜੇ ਉਹਨਾਂ ਨੇ ਇੱਕ ਇੱਕ ਕਰਕੇ ਕੀਤੇ ਹੈ। ਔਰ ਇਹ ਕਲੀਅਰ ਲੋਕਾਂ ਨੇ ਅਗਰ ਮੈਂਡੇਟ ਦਿੱਤਾ ਹੈ ਔਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਦਿੱਤਾ ਹੈ, ਮੈਨੀਫੈਸਟੋ ਦੇ ਵਿੱਚ ਸੀ ਇਹ ਚੀਜ਼ਾਂ, ਤੇ ਉਹਦੇ ਉੱਪਰ ਸਰਕਾਰ ਕੰਮ ਕਰਨ ਜਾ ਰਹੀ ਹੈ। ਲੇਕਿਨ ਉਹਦੇ 'ਚ ਕੁਝ ਸ਼ੋਧ ਵੀ ਕੀਤੇ ਜਾ ਸਕਦੇ ਹੈ। ਇਹਦੇ ਵਿੱਚ ਪ੍ਰਾਵਧਾਨ ਰੱਖਿਆ ਹੋਇਆ ਗੌਰਮੈਂਟ ਨੇ ਹਜੇ ਵੀ ਅਗਰ ਕਿਸੇ ਨੂੰ ਕਿਸੇ ਪੁਆਇੰਟ ਦੇ ਉੱਪਰ ਕੋਈ ਓਬਜੈਕਸ਼ਨ ਹੈ ਤੇ ਉਹਦੇ ਉੱਪਰ ਸ਼ੋਧ ਵੀ ਕੀਤਾ ਜਾ ਸਕਦਾ। ਅੱਜ ਮੈਂ ਉਹਨਾਂ ਦੀ ਸਟੇਟਮੈਂਟ ਸੁਣ ਰਿਹਾ ਸੀ ਮਨਜਿੰਦਰ ਸਿਰਸਾ ਹੋਣਾ ਦੀ, ਕਹਿੰਦੇ ਜੀ ਤੁਸੀਂ ਇਹਨੂੰ ਪੜ੍ਹੋ, ਅਗਰ ਤੁਹਾਨੂੰ ਲੱਗਦਾ ਹੈ ਕਿ ਸਿੱਖ ਸਮੁਦਾਇ ਦੇ ਉੱਪਰ ਜਾਂ ਕਿਸੇ ਵੀ ਧਰਮ ਦੇ ਉੱਪਰ ਕੋਈ ਵਿਸ਼ੇਸ਼ ਉਹਦੇ ਉੱਪਰ ਕੋਈ ਇਤਰਾਜ਼ ਕੀਤਾ ਜਾ ਰਿਹਾ ਜਾਂ ਕਿਸੇ ਨੂੰ ਘੱਟ ਜਾਂ ਵੱਧ ਕਿਸੇ ਦੇ ਨਾਲ ਉਡੀਕ ਕੀ ਹੋਣ ਜਾ ਰਹੀ ਹੈ ਤੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਅਸੀਂ ਦਾ ਮਤਲਬ ਉਹ ਅੱਜ ਕੱਲ੍ਹ BJP ਦੇ ਵਿੱਚ ਹੈ ਔਰ BJP ਦੇ ਵਿੱਚ ਜਿਹੜਾ ਸਿੱਖ ਸਮੁਦਾਇ ਜਾਂ BJP ਜਿਹੜੀ ਹੈ ਉਸ ਚੀਜ਼ ਦਾ ਵਿਰੋਧ ਕਰੇਗੀ। ਸੋ ਇਹ ਉਹਨਾਂ ਦਾ ਕਹਿਣਾ ਸੀ ਔਰ ਅੱਛੀ ਗੱਲ ਹੈ ਜੇ ਇੰਨੇ ਕੌਨਫੀਡੈਂਸ ਨਾਲ ਉਹ ਗੱਲ ਕਹਿ ਰਿਹਾ ਤੇ ਇਹਦੇ ਵਿੱਚ
ਨਹੀਂ ਲੱਗਦਾ ਕਿ ਕਿਸੇ ਵੀ ਵਿਸ਼ੇਸ਼ ਧਰਮ ਸਮੁਦਾਇ ਨੂੰ ਇਹਦਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨਾ ਬਣਾਇਆ ਜਾ ਰਿਹਾ। ਸਭ ਨੂੰ ਸਮਾਨ ਅਧਿਕਾਰ ਮਿਲਣ, ਸਭ ਨੂੰ ਸਮਾਨ ਸੁਵਿਧਾਵਾਂ ਜੋ ਸਰਕਾਰ ਦੇ ਵੱਲੋਂ ਮਿਲਣੀਆਂ ਚਾਹੀਦੀਆਂ ਨੇ ਉਹ ਮਿਲਣ, ਐਸਾ ਇੱਕ ਕਾਨੂੰਨ ਬਣਾਇਆ ਜਾ ਰਿਹਾ, ਇਹਦੇ ਅੰਤਰਗਤ ਲਿਆਂਦਾ ਜਾ ਰਿਹਾ ਤੇ ਇਹਦੇ ਵਿੱਚ ਨਹੀਂ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ। ਬਾਕੀ ਅਗਰ ਇਹ ਚੀਜ਼ ਹੈ ਤਾਂ ਅਗਰ ਕੋਈ ਐਸਾ ਵਿੱਚ ਹੈ ਵੀ ਕਿਸੇ ਦੀ ਰਿਲੀਜੀਅਸ ਨੂੰ ਜਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਜੇ ਤਾਂ ਫਿਰ ਇਹਦੇ ਉੱਪਰ ਜ਼ਰੂਰ ਵਿਚਾਰ ਹੋਣਾ ਚਾਹੀਦਾ। ਛਾਬੜਾ ਜੀ, ਕਿਤੇ ਇਹ ਤਾਂ ਨਹੀਂ ਕਿ UCC ਦਾ ਮੁੱਦਾ ਇਸ ਲਈ ਚੱਕਿਆ ਜਾ ਰਿਹਾ ਵਾਰ-ਵਾਰ ਕਿ ਲੋਕਾਂ ਦਾ ਧਿਆਨ ਮਹਿੰਗਾਈ ਜਿਹੜੇ ਇਹੋ ਜਿਹੇ ਮੁੱਦੇ ਨੇ ਉਸ ਤੋਂ ਭਟਕਾਇਆ ਜਾ ਸਕੇ? ਕਿਉਂਕਿ ਹਾਲੇ ਵੀ ਤੁਸੀਂ ਦੇਖੋ ਸਬਜ਼ੀ ਮੰਡੀ ਜਾ ਕੇ ਦੇਖ ਲਓ ਕਿੰਨਾ ਔਖਾ ਹੋ ਗਿਆ ਇੱਕ ਬੰਦੇ ਵਾਸਤੇ। ਸੋਚੋ ਟਮਾਟਰ 150 ਤੱਕ ਚਲੇ ਜਾਣਾ, ਪਿਆਜ਼, ਬਾਕੀ ਸਾਰੀਆਂ ਚੀਜ਼ਾਂ, ਸਬਜ਼ੀਆਂ ਦੇ ਰੇਟ ਇੰਨੇ ਵੱਧ ਜਾਣੇ। ਹਾਲਾਂਕਿ ਅਗਰ ਇਹਨੂੰ ਆਪਾਂ ਉਲਟਾ ਕਰਕੇ ਦੇਖੀਏ, ਜੇ ਅੱਜ ਸੱਤਾ ਦੇ ਵਿੱਚ ਕਾਂਗਰਸ ਜਾਂ ਹੋਰ ਕੋਈ ਸਰਕਾਰ ਹੁੰਦੀ, ਜੇ ਵਿਰੋਧੀ ਧਿਰ 'ਚ ਭਾਜਪਾ ਇਸ ਟਾਈਮ ਹੁੰਦੀ ਤਾਂ ਇਹ ਮੁੱਦਾ ਸਭ ਤੋਂ ਵੱਡਾ ਹੋਣਾ ਸੀ। ਆਪਾਂ ਪਿਛਲੇ 2014 ਤੋਂ ਪਹਿਲਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਵਾਰ-ਵਾਰ ਕਿਉਂ ਫੋਟੋਆਂ ਟਵੀਟ ਹੁੰਦੀਆਂ ਕਿ ਹਾਂ ਸਮ੍ਰਿਤੀ ਇਰਾਨੀ ਜੀ ਸਿਲੰਡਰ ਲੈ ਕੇ ਬੈਠ ਗਏ ਤੇ ਹੁਣ ਸਿਲੰਡਰ ਦਾ ਭਾਅ ਨਹੀਂ ਪੁੱਛਦੇ। ਤਾਂ ਕਿਤੇ ਨਾ ਕਿਤੇ ਇਹ ਨਹੀਂ ਕਿ ਇਸ ਦੇ ਵਿੱਚ ਵੀ ਸ਼ਾਇਦ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇੱਥੇ ਹੀ ਅਟਕੇ ਰਹਿਣ, ਲੋਕਾਂ ਦੇ ਵਿੱਚ ਉਹ ਮੁੱਦਾ ਬਾਹਰ ਹੀ ਨਾ ਆਵੇ। ਜੀ ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਗੱਲ ਹੋਏਗੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਔਰ ਮੈਂ ਬਕਾਇਦਾ ਇਹ ਚੀਜ਼ ਕਹਿ ਰਿਹਾ ਸੀ ਕਿ ਵਿਪਕਸ਼ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਅਗਰ ਵਿਪਕਸ਼ ਮਜ਼ਬੂਤ ਹੋਏਗਾ ਤਾਂ ਮੁੱਦੇ ਉਠਾਏ ਜਾਣਗੇ ਤਾਂ ਮੁੱਦਿਆਂ ਦਾ ਹੱਲ ਵੀ ਨਿਕਲੇਗਾ। ਸੜਕਾਂ ਦੇ ਉੱਪਰ ਲੋਕ ਆਣਗੇ, ਸੜਕਾਂ ਦੇ ਉੱਤੇ ਲੋਕ ਜਦੋਂ ਆਉਂਦੇ ਆ ਤੇ ਉਸ ਚੀਜ਼ ਦਾ ਇੱਕ ਅਸਰ ਨਿਕਲਦਾ ਹੈ, ਉਸ ਚੀਜ਼ ਦਾ ਇੱਕ ਮੀਡੀਆ ਚੱਕਦਾ ਉਹਨੂੰ ਔਰ ਉਹਨਾਂ ਚੀਜ਼ਾਂ ਦੇ ਰਿਜ਼ਲਟ ਨਿਕਲਦੇ ਆ। ਕਮਜ਼ੋਰ ਵਿਪਕਸ਼ ਹੋਣ ਦਾ ਤਾਂ ਇਹਦਾ ਨੁਕਸਾਨ ਹਮੇਸ਼ਾ ਤੋਂ ਹੁੰਦਾ ਹੈ ਔਰ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਹੁੰਦਾ ਹੀ ਹੁੰਦਾ ਹੈ। ਲੇਕਿਨ ਇਹਦੇ 'ਚ ਐਸਾ ਕੁਛ ਨਹੀਂ ਹੈ, ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਚੁੱਕਿਆ ਕਿ ਇਹ ਚੀਜ਼ਾਂ ਸਾਰੀਆਂ BJP ਦੇ ਮੈਨੀਫੈਸਟੋ 'ਚ ਸੀ। ਕਿਉਂਕਿ ਅੱਜ ਆਪਾਂ ਗੱਲ UCC ਤੇ ਕਰ ਰਹੇ ਹਾਂ ਤੇ ਇਹ ਚੀਜ਼ਾਂ BJP ਦੇ ਮੈਨੀਫੈਸਟੋ 'ਚ ਸੀ ਵੀ ਇਹਨਾਂ ਨੇ ਜਦੋਂ ਸਰਕਾਰ ਸਾਡੀ ਆਏਗੀ, ਸਪਸ਼ਟ ਬਹੁਮਤ ਹੋਏਗਾ, ਇਹਨਾਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਲਾਗੂ ਕੀਤਾ ਜਾਏਗਾ ਔਰ ਉਹਨਾਂ ਚੀਜ਼ਾਂ ਦੀ ਤਰ੍ਹਾਂ ਸਰਕਾਰ ਆਪਣੇ ਵੱਲੋਂ ਕੰਮ ਕਰ ਰਹੀ ਹੈ। ਅਗਰ ਮਹਿੰਗਾਈ ਦਾ ਮੁੱਦਾ ਹੈ ਤਾਂ ਮਹਿੰਗਾਈ ਨੂੰ ਅਗਰ ਅਸੀਂ ਦੇਖੋ ਸੁਰਿੰਦਰ ਜੀ, ਤੁਸੀਂ ਵੀ ਪੂਰੀ ਦੁਨੀਆ ਦਾ ਮੀਡੀਆ ਦੇਖਦੇ ਹੋ ਵਰਲਡ ਦਾ, ਅਗਰ ਉਸ ਚੀਜ਼ ਨੂੰ ਅਸੀਂ ਦੇਖੀਏ ਤਾਂ ਪੂਰੀ ਦੁਨੀਆ ਦੇ ਨਾਲ ਅਗਰ ਅਸੀਂ ਕੰਪੈਰੀਜ਼ਨ ਕਰਕੇ ਦੇਖੀਏ ਮਹਿੰਗਾਈ ਦੇ ਜੋ ਅੱਜ ਰੇਟ ਇੰਡੀਆ ਦੇ ਵਿੱਚ ਆ, ਭਾਰਤ ਦੇ ਵਿੱਚ ਚੱਲ ਰਿਹਾ ਜਾਂ ਦੁਨੀਆ ਦੇ ਵਿੱਚ ਚੱਲ ਰਿਹਾ, ਉਹਦੇ ਹਿਸਾਬ ਨਾਲ ਅਗਰ ਅਸੀਂ ਤੁਲਨਾਤਮਕ ਦ੍ਰਿਸ਼ਟੀ ਦੇ ਨਾਲ ਦੇਖੀਏ ਤੇ ਇੱਕ ਬੀਇੰਗ ਆਪਾਂ ਇੰਟੈਲੈਕਚੁਅਲ ਗੱਲ ਕਰੀਏ ਜਾਂ ਦੂਸਰੇ ਤਰੀਕੇ ਨਾਲ ਗੱਲ ਕਰੀਏ ਤਾਂ ਉਹ ਕੋਈ ਮਹਿੰਗਾਈ ਐਡੀ ਆਫਤ ਵਾਲੀ ਗੱਲ ਨਹੀਂ ਹੈ। ਨੋ ਡਾਊਟ ਮਹਿੰਗਾਈ ਹਿੰਦੁਸਤਾਨ ਦੇ ਹਿਸਾਬ ਨਾਲ ਮਹਿੰਗਾਈ ਜ਼ਰੂਰ ਹੈ, ਪਰ ਦੁਨੀਆ ਦੇ ਹਿਸਾਬ ਨਾਲ ਅਗਰ ਅਸੀਂ ਤੁਲਨਾ ਕਰੀਏ ਤਾਂ ਉਹ ਕੋਈ ਐਸੀ ਗੱਲ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਕੋਈ ਐਕਸਟਰਾ ਮਹਿੰਗਾਈ ਹੈ ਜਾਂ ਕੋਈ ਐਸੀ ਐਕਸਟਰਾ ਸਮੱਸਿਆ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਥੋੜ੍ਹੀਆਂ ਜਿਹੀਆਂ ਦਿੱਕਤਾਂ, ਕਿਉਂਕਿ ਬੜੀ ਸਪੀਡ ਦੇ ਨਾਲ ਹਰ ਚੀਜ਼ ਦੇ ਰੇਟ ਵਧੇ, ਚਾਹੇ ਉਹ ਪੈਟਰੋਲ ਡੀਜ਼ਲ ਹੋਣ, ਗੈਸ ਹੋਣ ਔਰ ਜਿਵੇਂ ਅੱਜ ਸਬਜ਼ੀਆਂ ਦੇ ਅਸੀਂ ਰੇਟ ਦੇਖ ਰਹੇ ਹਾਂ, ਸਬਜ਼ੀਆਂ ਦੇ ਰੇਟ ਵਧਣ ਦਾ ਇੱਕ ਕਾਰਨ ਮੌਸਮ ਵੀ ਹੁੰਦਾ ਹੈ, ਟਰਾਂਸਪੋਰਟੇਸ਼ਨ ਵੀ ਹੁੰਦੀ ਹੈ ਔਰ ਤੁਸੀਂ ਦੇਖ ਰਹੇ ਹੋ ਕਿਵੇਂ ਪਹਾੜਾਂ ਦੇ ਉੱਪਰ ਲੈਂਡ ਸਲਾਈਡਿੰਗ ਹੋ ਰਹੀ ਹੈ ਔਰ ਸਾਰੀਆਂ ਸਮੱਸਿਆਵਾਂ ਆ ਰਹੀਆਂ। ਉਸ ਕਰਕੇ ਵੀ ਦਿੱਕਤਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਜਿਹੜੀਆਂ, ਟਰੱਕ ਜਿਹੜੇ ਹੈ ਉਹ ਲੋਡਡ ਹੋਏ ਸੜਕਾਂ ਦੇ ਕਿਨਾਰੇ ਤੇ ਖੜੇ ਹੈ, ਜੋ ਕਿ ਆਪਣੇ ਗੰਤਵਯ ਸਥਾਨ ਤੱਕ ਨਹੀਂ ਪਹੁੰਚ ਰਹੇ। ਔਰ ਮੇਰੇ ਖਿਆਲ ਨਾਲ ਇਹ ਚੀਜ਼ ਜਿਹੜੀ ਹੈ, ਸਬਜ਼ੀਆਂ ਦੇ ਰੇਟ ਜਿਹੜੇ ਆ, ਜੋ ਵੀ ਚੀਜ਼ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਠੀਕ ਹੋ ਜਾਏਗਾ। ਐਡੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਲੇਕਿਨ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ UCC ਨੂੰ ਲਿਆ ਕੇ ਉਹਨਾਂ ਚੀਜ਼ਾਂ ਨੂੰ ਉਲਝਾਉਣ ਦੀ ਕੋਸ਼ਿਸ਼। ਬਿਲਕੁਲ, ਪਰ ਮੈਨੂੰ ਲੱਗਦਾ ਛਾਪੜਾ ਜੀ ਸਾਨੂੰ ਵੀ ਜਾਪਾਨ ਵਾਂਗੂ ਹੋਣਾ ਚਾਹੀਦਾ, ਕਿਉਂਕਿ ਜਾਪਾਨ ਦੀ ਜਨਤਾ ਸਰਕਾਰ ਨੂੰ ਨਹੀਂ ਕਹਿੰਦੀ ਕਿ ਮਹਿੰਗਾਈ ਹੋ ਗਈ। ਉਹ ਜਦੋਂ ਦੇਖਦੇ ਨੇ ਕਿ ਕਿਸੇ ਚੀਜ਼ ਦੀ ਸ਼ਾਰਟੇਜ ਆਈ ਹੈ, ਉਹ ਬਾਜ਼ਾਰ ਦੇ ਵਿੱਚ ਮਹਿੰਗਾ ਹੋਇਆ, ਸਾਰੀ ਕਮਿਊਨਿਟੀ ਉਸ ਨੂੰ ਵਰਤਣਾ ਹੀ ਬੰਦ ਕਰ ਦਿੰਦੀ ਹੈ। 10 ਦਿਨ, 15 ਦਿਨ, ਮਹੀਨਾ ਉਹ ਉਸ ਨੂੰ ਯੂਜ਼ ਹੀ ਨਹੀਂ ਕਰਦੀ, ਆਪਦੀ ਰੋਜ਼ਮਰਾ ਦੀ ਜ਼ਿੰਦਗੀ 'ਚ ਉਹਨੂੰ ਵਰਤਣਾ ਬੰਦ ਕਰ ਦਿੰਦੀ ਹੈ। ਫਿਰ ਜਿਵੇਂ ਹੀ ਉਹ ਮਾਰਕੀਟ ਦੇ ਵਿੱਚ ਉਸ ਤਰੀਕੇ ਨਾਲ ਉਪਲਬਧ ਹੋ ਜਾਂਦਾ ਤਾਂ ਫਿਰ ਉਸੇ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੰਦਾ ਹੈ। ਤੇ ਸ਼ਾਇਦ ਇਹੀ ਲੱਗਦਾ ਕਿ ਸਾਨੂੰ ਉਹਨਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਤਾਂ ਕਿ ਜਿਹੜਾ ਟਮਾਟਰ ਆਪਾਂ ਰੋਲਾ ਪਾਉਂਦੇ ਰਹਿੰਦੇ ਹਾਂ, ਆਪਾਂ ਹਰ ਵਾਰ ਸਬਜ਼ੀਆਂ ਦਾ, ਹਰੇਕ ਮੌਸਮ 'ਚ ਇਹ ਸਬਜ਼ੀਆਂ ਦਾ ਰੋਲਾ ਪੈਂਦਾ ਹੀ ਪੈਂਦਾ। ਸ਼ਾਇਦ ਇੱਥੇ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਨੂੰ ਤਾਲਮੇਲ ਜ਼ਰੂਰ ਕਰਨਾ ਚਾਹੀਦਾ, ਨਹੀਂ ਤਾਂ ਸਰਕਾਰਾਂ ਦੇ ਕੋਲ ਤਾਂ ਸਿਰਫ ਲਾ ਰਹੀ ਨੇ। ਖੈਰ ਛਾਪੜਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਪ੍ਰਮੋਦ ਛਾਬੜਾ ਜੀ ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਫਿਰਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।